ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸਾਹਿਬ ਸੱਚੇ ਪਾਤਸ਼ਾਹ ਜੀ ਰਹਾਉ ਦੇ ਬੰਦ ਵਿੱਚ ਵੇਖੋ ਕੋਣ ਧਿਆਨ ਦਿਓ ਕਿ ਰਹਾਉ ਦੇ ਬੰਦ ਵਿੱਚ ਸਤਿਗੁਰਾਂ ਨੇ ਇਹ ਗੱਲ ਕੀਤੀ, ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀਆ ਮਨ ਮੈਂ ਚਲਾ ਵਿਕਾਰ। ਰਹਾਉ ਦੇ ਬੰਦ 'ਚ ਇਹ ਤੁਕਾਂ ਦੀ ਗੱਲ ਹੈ, ਜੋ ਪਹਿਨਣ ਦੀ ਪ੍ਰਥਾ ਹੈ। ਫਿਰ ਅਸੀਂ ਪਹਿਨਣਾ ਕੀ ਹੈ, ਉਹ ਫਿਰ ਅਗਲੀਆਂ ਪਹਿਲੀਆਂ ਆਰੰਭਲੀਆਂ ਜੋ ਤੁਕਾਂ ਨੇ ਉਹਨਾਂ ਵਿੱਚ ਹੈ। ਸਤਿਗੁਰੂ ਜੀ ਗੱਲ ਕਰਦੇ ਆ ਕਿ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ। ਹੋਰ ਮਤਲਬ ਕਿ ਹੋਰ ਕੱਪੜੇ ਪਹਿਨਣੇ ਸਾਡੀ ਜ਼ਿੰਦਗੀ ਦੀ ਖੁਆਰੀ ਕਰਦੇ ਨੇ। ਜਿਤ ਪੈਦਾ ਤਨ ਪੀੜੀ ਆ, ਜਿਹਨੂੰ ਪਹਿਨਣ ਦੇ ਨਾਲ ਦੁੱਖ ਮਿਲਦਾ, ਮਨ ਵਿੱਚ ਚਲਾ ਵਿਕਾਰ ਤੇ ਮਨ ਵਿੱਚ ਵਿਕਾਰ ਪੈਦਾ ਹੁੰਦਾ। ਹੁਣ ਇਹ ਸਿੱਧੇ ਜਿਹੇ ਅਰਥ ਪਰ ਜੇ ਇਹਨਾਂ ਨੂੰ ਖੁੱਲ੍ਹ ਕੇ ਵਿਚਾਰਾਂਗੇ ਤੇ ਬਹੁਤ ਕੁਝ ਨਿਕਲ ਆਉਣਾ ਹੈ। ਮਾਫ ਕਰਨਾ, ਉਹ ਸੱਚ ਨਿਕਲਣਾ ਹੈ ਜੋ ਸਾਨੂੰ ਚੰਗਾ ਨਹੀਂ ਲੱਗਦਾ। ਗੱਲ ਤੇ ਇਹੀ ਹੈ ਨਾ ਵੀ ਉਹ ਸੱਚ ਸਾਡੇ ਸਾਹਮਣੇ ਆਉਂਦਾ ਹੈ ਜੋ ਅਸੀਂ ਕਰਦੇ ਹਾਂ ਤੇ ਉਹ ਸੱਚ ਸਾਨੂੰ ਚੰਗਾ ਨਹੀਂ ਲੱਗਦਾ। ਇਹਨਾਂ ਪੰਕਤੀਆਂ 'ਚ ਉਹ ਸੱਚ ਛੁਪਿਆ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤਾ, ਔਰ ਉਹ ਸਮੇਂ ਤੋਂ ਕੀਤਾ ਜਿਸ ਟਾਈਮ ਦੇ ਅੰਦਰ ਲੋਕੀ ਬੁਰਕਾ ਪਹਿਨਦੇ ਸਨ। ਮੈਂ ਕਹਿੰਦਾ ਕਮਾਲ ਦੀ ਗੱਲ। ਗੁਰੂ ਨਾਨਕ ਸਾਹਿਬ ਨੇ ਉਹਨਾਂ ਸਮਿਆਂ 'ਚ ਬਾਤ ਲਿਖੀ, ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀ ਹੈ ਮਨ ਮੈਂ ਚਲਾ ਵਿਕਾਰ। ਜਦੋਂ ਲੋਕ ਬੁਰਕਾ ਪਹਿਨਦੇ ਸਨ, ਘੁੰਡ ਕੱਢਦੀਆਂ ਸਨ ਔਰਤਾਂ, ਔਰ ਗਲੇ ਤੋਂ ਲੈ ਕੇ ਪੈਰਾਂ ਤੱਕ ਦਾ ਕੱਪੜਾ ਪੂਰਨ ਤੌਰ ਤੇ ਢੱਕਿਆ ਹੁੰਦਾ ਸੀ, ਸਿਰ ਤੇ ਚੁੰਨੀਆਂ ਹੁੰਦੀਆਂ ਸਨ। ਜੇ ਸੋਚੀਏ ਕਿ ਬਾਬਾ ਉਦੋਂ ਤੇ ਲੋਕੀ ਕੱਪੜੇ ਪੂਰੇ ਪਹਿਨਦੇ ਸਨ, ਪਰ ਤੁਸੀਂ ਆ ਜਿਹੜੀ ਗੱਲ ਲਿਖੀ ਹੈ ਇਹ ਤੇ ਢੁਕਦੀ ਨਹੀਂ ਹੈ। ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਕਾਲ ਦੇ ਵਿੱਚ, ਉਹਨਾਂ ਦੇ ਸਮੇਂ ਵਿੱਚ ਇਹ ਗੱਲ ਤੇ ਢੁਕਦੀ ਨਹੀਂ ਆ। ਇਹਨੂੰ ਕਹਿੰਦੇ ਦੂਰ ਅੰਦੇਸੀ। ਦੂਰ ਅੰਦੇਸੀ, ਇਹ ਦੂਰ ਅੰਦੇਸੀ ਹੈ ਗੁਰੂ ਨਾਨਕ ਸਾਹਿਬ ਦੀ, ਕਿ ਜਿਵੇਂ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਇੱਦਾਂ ਦਾ ਆਪਣਾ ਮੰਗੇਰ ਵਿਖਾਉਣਗੇ ਤੇ ਆ ਪੰਕਤੀਆਂ ਪੂਰੀਆਂ ਉਹਨਾਂ ਦੇ ਉੱਪਰ ਟੁਕਣਗੀਆਂ। ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀ ਹੈ ਮਨ ਮੈਂ ਚਲਾ ਵਿਕਾਰ। ਮੈਂ ਗੁਰਬਾਣੀ ਦੇ ਅਕੋਰਡਿੰਗਲੀ ਗੱਲ ਕਰਾਂਗਾ, ਜੋ ਵੀ ਕਰਾਂਗਾ ਗੁਰਬਾਣੀ ਤੋਂ ਬਾਹਰ ਨਹੀਂ ਜਾਣਾ। ਨਾਲੇ ਵੀ ਗੱਲ ਹੈ, ਔਰ ਜਿੱਥੇ ਜਾਵਾਂਗਾ ਤੁਸੀਂ ਕਹਿ ਸਕਦੇ ਗੁਰਬਾਣੀ ਅਕੋਰਡਿੰਗ। ਹੁਣ ਐਡੀ ਲੰਮੀ ਦੂਰ ਅੰਦੇਸੀ ਗੁਰੂ ਨਾਨਕ ਸਾਹਿਬ ਦੀ ਕਿ ਜੇ ਅੱਜ ਇਹਨਾਂ ਪੰਕਤੀਆਂ ਨੂੰ ਪੜ੍ਹੀਏ ਤੇ ਸੱਚ ਹੈ ਕਿ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀਆ ਮਨ ਮੈਂ ਚਲਾ ਵਿਕਾਰ। ਇੱਦਾਂ ਦੇ ਕੱਪੜੇ ਪਾ ਕੇ ਲੋਕਾਂ ਦੇ ਅੱਗੇ ਆਉਂਦੇ ਆ ਕਿ ਜਿਹਨੂੰ ਵੇਖ ਕੇ ਸਾਡੇ ਅੰਦਰ ਵਿਕਾਰ ਪੈਦਾ ਹੋ ਗਿਆ। ਜਿਨ੍ਹਾਂ ਕੱਪੜਿਆਂ ਨੂੰ ਵੇਖ ਕੇ ਵਿਕਾਰ ਪੈਦਾ ਹੁੰਦੇ ਦੇ ਅਰਥ ਇਹ ਨੇ, ਹੁਣ ਡੀਪਲੀ ਜਾਣਾ, ਡੂੰਘਾਈ 'ਚ ਜਾਣਾ ਤੇ ਜੇਰਾ ਰੱਖਿਓ, ਮੇਦਾ ਰੱਖਿਓ ਸੁਣਦਾ। ਕਿ ਅਸੀਂ ਕੀ ਪਹਿਨੇ ਆ ਤੇ ਕੀ ਸਾਨੂੰ ਦਿੱਤਾ ਸੀ ਪਹਿਨਣ ਦੇ ਲਈ। ਪਹਿਰਾਵਾ ਕਿਉਂ ਪਾਇਆ ਜਾਂਦਾ ਹੈ? ਚਲੋ ਮੈਂ ਕਿਹਾ ਨਾ ਸੰਬੰਧ ਟੁੱਟ ਜਾਂਦਾ ਜੋ ਸੰਬੰਧ ਬਣਿਆ ਸੀ ਪਹਿਲਾਂ, ਉਹ ਇਹ ਵੇਖੋ ਨਾ, ਆਦ ਮਾਨਵ ਦੀ ਗੱਲ ਕਰੀਏ ਤੇ ਆਦ ਮਾਨਵ ਨੰਗੇ ਰਹਿੰਦੇ ਸਨ, ਨੰਗੇਜ ਸੀਗਾ। ਪਰ ਉਹਨਾਂ ਬੜੀ ਮਿਹਨਤ ਮਸ਼ੱਕਤ ਕੀਤੀ, ਔਰ ਇੰਨੀ ਮਿਹਨਤ ਮਸ਼ੱਕਤ ਕਰਕੇ ਉਹਨਾਂ ਨੇ ਕੱਪੜੇ ਦੀ ਕਾਢ ਕੱਢੀ ਤਨ ਢੱਕਣ ਦੇ ਲਈ। ਬੜੇ ਅਰਸੇ ਬਾਅਦ ਆਦ ਮਾਨਵ ਤੋਂ ਕੱਪੜੇ ਦੀ ਕਾਢ ਹੋਈ, ਬੜੇ ਅਰਸੇ ਬਾਅਦ। ਪਹਿਲਾਂ ਉਹ ਪੱਤਿਆਂ ਨਾਲ ਢੱਕਦੇ ਸਨ, ਉਦੋਂ ਪਹਿਲਾਂ ਨੰਗੇ ਰਹਿੰਦੇ ਸਨ, ਕਿਉਂਕਿ ਮਤਲਬ ਹੀ ਨਹੀਂ ਸੀ ਸਰੀਰਕ ਅੰਗਾਂ ਦੇ ਨਾਲ ਕੋਈ। ਪਰ ਜਿਵੇਂ ਜਿਵੇਂ ਡਿਵੈਲਪ ਹੋਏ
इन्हां चीज़ां दे विचों उन्हां नूं शर्म नज़र आउण लग पई और बाद में कपड़े की थां ते पत्ते वरते गए। उन्हां समयां पत्तियां नाल कवर करना अपनी बॉडी शरीर। फिर बाद में कपड़े की काड़ हुई और कपड़े के नाल पूर्ण तौर पर अपने शरीर नूं ढकिया जाण लग पिया। फिर वो कपड़े शरीर दे ये कह लो कि गले तो लैके पैरों तक भी आए। वो कपड़े साडे आम जिहड़ा सभ्याचार सी, जो चंगा पहरावा सी, भावें हिंदुस्तान दीआं औरतां दी गल करिए, भावें पंजाब दे लोकां दी गल करिए, भावें कोई भी आपां लै लईए, सारे अपने आप नूं कवर करते सन। और मुसलमान लोग ईवन कि अज तक भी बुरका पहनते हैं। उन्हां दीआं औरतां अज तक भी बुरका पहनदियां जिहड़े असल मुसलमान। वो किसी को अपना रूप नहीं विखाउंदे। अगे क्योंकि साडे हिंदुस्तान के लोग भी घुंड कढ़ते सन, तो गुरु अमरदास महाराज जी ने इस घुंड प्रथा को खत्म किया कि औरत घुंड क्यों कढ़े, बराबरता दी सी। साडे घुंड गुरु अमरदास महाराज ने चुकाए। मैं क्या इतिहास ते गुरबाणी तो बाहर नहीं जाना। सतगुरां ने क्या क्यों बई घुंड करन दे ना वकार नहीं रुकने और घुंड चुकन ना वकार पैदा नहीं होंदे। वकार फिर कहदा कि साडे मन का विषय है, तन का विषय वकार नहीं। मन का विषय, मन चो उत्पन्न होंदा वकार। फिर इदां दा दौर चलिया कि वो कपड़े साडे छोटे होने लग पए, मूँह नंगे हो गए। मूँह नंगे होने तो बाद फिर माफ करना, असी भी अपना तन जिहड़ा सी तो हौली हौली ढकना घट कर दिता। असी भी नंगे हो गए। जिथों गल शुरू हुई सी आदम मानव तो नंगे रहिंदे सन। उन्हां पत्तियां नाल अपना उन्हां को तन ढकदे सन जिहड़े तन तो असी सोचदे हां वकार पैदा हुंदे। ते आ दौर उही चल गया आद मानव वाला, जिहड़े लोग कहते हैं ना असी डिवेलप हो गए हैं, असी फैशनेबल हो गए हैं, असी बहुत अगे लंघ गए हैं। मैं कहना अगे नहीं लंघे, तुसी आद मानव बन गए, क्योंकि उन्होंने उन्ना को तन ढकिया हुंदा सी जिन्ने को तन दे विचों असी सोचते हैं भी वकार पैदा होता है। ते अज साडे लोकां दा भी यही गल है। बराबरता देण दा मतलब ये नहीं सी कि औरतां भी उही कपड़े पाण जिहड़े बंदे पांदे। औरत और मर्द के कपड़ियां च फर्क है और ये दो शब्द भी अलग अलग ने। बराबरता का मतलब सी समूलिक अधिकार जिहड़े ने, समाजिक अधिकार जिहड़े ने, उन्हां दी गल सी कि वो बराबरता भी जिवें कहंदे सन औरत नूं जनेऊ पाण दा अधिकार नहीं, तो मेरा बापू नानक कहंदा कोई गल नहीं। गुरु गोबिंद सिंह महाराज ने फर्क मिटा दिता भी औरत भी अमृत छक सकती है, औरत भी गुरबाणी पढ़ सकती है। गुरु साहिबाना ने शुरू तो कर दिता सी। ये अधिकारां दी गल सी। पैर की जुत्ती ना समझिया जाए, बराबरता दी जाए, पर बराबरता लेंदे लेंदे असी अपना बेड़े गर्क कर लिया और इन्हां को बेड़ा गर्क किया बराबरता के नाम से। असी बराबरता के नाम से औरत ते मर्द का पता ही नहीं लगता भी औरत कौन है तो मर्द कौन है। लगता पता अज कोई जिदा गुत्ता औरतां करदियां इदा मुंडे कराई फिरदे, जिदा औरतां कन्नां च वालियां पाउंदियां इदा मुंडे पाई फिरदे आ। पिछों वेखांगे तो पता ही नहीं लगता भी बंदा जांदा कि जनानी है। लगता पता। और औरतां दे लई मैं नहीं कह रहा, रब्बी बाणी विच सारियां गल्लां लिखियां गईयां
औरत का सिर कटना पहले समय च वाल कटने गुत्त मुन्ननी। हुण ये गल्लां माफ़ करना चुभणगियां जरूर पर सह लिओ जी, क्योंकि मेरियां नहीं है, गुरु नानक साहब दियां। औरतां दी गुत्त मुन्ननी कटनी ते बहुत वड्डा अपराध गिणिया जांदा सी। ये कह लो कि जिवें बंदे दा मूँह काला करके खोते ते बिठा देण वाली गल हुंदी सी कि जे किसी औरत दी गुत्त कट दे। तो गुरु नानक साहब ने लिखिया, साहब कहते छे सिर काती मुन्नी है ना गल विच आवे धूड़। छे सिर काती का मतलब कैंची नाल, मुन्नियन का मतलब गुत्ता मुन दित्तियां। बाबर दे वक्त हिंदुस्तान दीयां औरतां फड़ियां जांदियां, मुसलमान लैके जांदे फड़ के, ते उन्हां दीयां गुत्तां कैंची नाल मुन दित्तियां जांदियां। हुण ये पंक्तियां कट दोगे गुरु ग्रंथ साहिब चों? गुरु नानक साहब के वचन ने कि छे सिर काती मुनियन गल विच आवे धूड़, कि उन्हां दीयां गुत्तां मुन दित्तियां जांदियां। ते गुत्तां मुननियां बहुत वड्डा अपराध गिणिया जांदा सी। औरत समझदी सी मेरी इज्जत जिहड़ी है वो नीलाम हो गई है। ते अज ते सलून खुले ने महल्ले महल्ले च, ते अपनियां इज्जतां असीं आप निशावर करदे पए। गुत्तां कटाइयां होईयां ने असीं, पर गुत्त कटाणी समझिया जाता सी इहदी इज्जत कोई नहीं, सिर मुन्नना समझिया जाता सी इहदी इज्जत कोई नहीं। ते अज असीं आप जाके उन्हां दे अगे बहिने आ भी लै भी इन्ने कु कट दे वाल मेरे, ते अलग अलग तरीके दे डिजाइन ने। वो कमाई कर रहे ने दोवीं तरफां, एक ते तुहाडे तो कटाण दे पैसे लै लैणे ने, जिहड़े वाल कटने ने उहदे पैसे ने, ते जिहड़े वाल कट के उत्थे रह जाने ने वो भी अगलियां ने बेच देने ने। पता नहीं किन्ने सौ रुपये किलो विकते आ, आउंदे आ ना हुक्का देंदे आ भी इन्ने सौ रुपये किलो वाल दे दो। ते फिर शर्म आनी चाहिए है ना सी। जे पैर पैर मैं कहना इत्थे तुहाडी वेख लो बाजार च जाके घट्टो घट्ट 5-10 खुले होणगे वाल कट्टण वाले, तरह तरह के डिजाइन पाउने आ। फिर वाल रंग ले असी अलग अलग तरीकों के, नैचुरल तौर पर जो केस सानू दिते वो तो रहे नहीं, किसी गोल्डन करा ले, किसी ने ब्राउन करा ले, किसी ने किदां दे करा ले। गोरे वो लोग ने क्योंकि उत्थों का सिस्टम इदां दा, तां उन्हां दे वाल इदां दे, तां उन्हां दी स्किन इदां दी, पर असीं सोचिया असीं भी उदां दी दिसीए ते वाल गोल्डन कराउन दे नाल कोई गोरा थोड़ा बन जाना। ਲੱਖਾਂ रुपया असीं इस फैशन च उजाड़ते हैं, ਲੱਖਾਂ रुपया असीं डिवैलप हो गए हैं, असीं फैशनेबल हो गए हैं। मैं कहना तुसीं आदमानव बन गए हो, डिवैलप नहीं होए, थले गिर गए हो। कि सानू ये कपड़े पाने लिए कहा गया सी, ये कपड़े पाने लिए सानू क्या सी, ते फिर सतगुरु कहते छे सिर काती मुन्नियन गल विच आवे धूड़, उन्हां दी इज्जत कोई नहीं रहिंदी जिन्हां दीयां गुत्तां मुन्नियां जाण। फिर ये समझो कि साडी भी इज्जत कोई नहीं। एक गल मैं पढ़ रहा सा, उन्हें लिखिया कहंदा भी असीं उंज कहने आ, माफ करना भी कौड़ा सच जे, उंज कहने भी अपनी औरत का अपनी धी का किसी नूं हत्थ नहीं फड़ाया। ते अजकल एक होर नवां ट्रेंड चलिया भी अपनी औरत का अपनी धी का किसी नूं हत्थ नहीं फड़ाया। वो नवां ट्रेंड की है, राजस्थान तो आउंदे ने मुंडे ते बाजारां दे विच बैठे हुंदे आ मेहंदी लाण वास्ते, ते किहड़ा कहंदा भी मैं अपनी औरत का अपनी धी का हत्थ नहीं फड़ाया, जदों उन्हां दे हत्थ विच हत्थ दे के मेहंदियां लवाउंदे हो की है, कौड़ा सच है ना। ते नाले अगले नूं पैसे देने,
ये काम साडे घरां 'च आप औरतां कर लैंदियां सन, पर इन्ने कुछ सोड़ी सोचते हो गए भी अज बगाना बंदा कोई हथ फड़ के मेहंदी लाता है। ये सब कुछ बगानिया ते छड्ड दिता, अपने आपे दा सुपन रहा ही नहीं साडा। जो सानू करतार ने सुपन दिता सी वो नहीं साडे कोल, आर्टिफिशन जे हो गए सी। ਲੱਖਾਂ रुपया बंदा ये कहता भी जे गुरुद्वारे आनंद कारज होवे ते भाई असी गरीब हाँ, माफ़ करना ये भी सच जे भी साडे तो पैसा न लियो ते असीं कहने कोई गल नहीं। पर जदों अगली कुड़ी इत्थे आउंदी आ, मुंडा इत्थे आउंदा, वेखीदा भी एडा महंगा लहंगा ते इन्ना महंगा मेकअप, उत्थे पैसा ला सकते हैं असीं, पर इत्थे नहीं। एडा महंगा पैलेस कर सकते हैं, इन्ना मेकअप कर सकते हैं, ड्रैस ते पैसा ला देंगे, पर गुरुद्वारे देन लगे असीं गरीब हो जाए। ये भी कौड़ा सच है। और इथों तक मैं शहरों में वेखिया विचरदियां कि लड़कियां गुरुद्वारे आउंदियां पैंटा शर्टां पा के ते जदों सिर ते चुन्नी नहीं हुंदी, क्योंकि घरों लैके नहीं आउंदियां, बाजारां 'च नंगे सिर फिरदियां। शहरों की गल करदा, पिंडां वाले तुसीं फिर भी मैं कहना बहुत चंगे हो, सतगुरु की कृपा ते कृपा ही रवे, पर अगली जनरेशन नूं संभाल लिओ, जिहड़ियां अगे साडीआं बच्चियां उन्हां नूं संभाल लिओ, क्योंकि वेखीदा जदों ओह नाल आउंदियां ने ते उन्हां दा पहरावा क्योंकि शहरां वाला है, उन्हां बच्चियां नूं संभाल लिओ। चुन्नी गुरुद्वारे वालियां नूं जिवें बाहर अज असीं टोकरी विच छोटे छोटे कपड़े कट के रखे हुंदे आ भी मोना बंदा आवे ते सिर ते रुमाल बन के आवे, इदां विचारे गुरुद्वारे वालियां कमेटियां नूं बाहर चुन्नियां रखणियां पै गईयां। चुन्नियां क्यों? क्योंकि जिहड़ियां धीआं भैणां बाहर आउंदियां नंगे सिर, जिन्हां दे वाल स्ट्रेट ने, वो नहीं रख सकदियां चुन्नी सिर ते, लैणगियां ते तिलक जावेगी। ये भी चलिया साडे, वाल सीधे होने चाहिए। तो वो फिर जां ते अपनी एक्टिवा च रखदियां ने चुन्नियां ते उत्थों कढ के फिर सिर ते लैंदियां, ते जां फिर विचारे गुरुद्वारे वालियां नूं रखणियां पै गईयां भी कल नूं गुरुद्वारे आउणगियां तो रुमाली जी बन लैंदियां, वो फिर चंगा नहीं ना लगदा। इस करके उत्थे चुन्नी लई ते उत्थे बाहर टंग दित्ती। ये चुन्नी साडे सिर दा ताज सी, ये दस्तार साडे सिर दा ताज सी। निहार नहीं रहा अज ताज साडे सिर ते, चुन्नियां साडे सिर दियां ताज नहीं रहियां, क्योंकि वैसटर्न दा बहुत ज़्यादा कल्चर साडे अंदर घर कर चुका। तो इत्थों तक माफ करना, जदों अगली धी भैन ने कपड़ा इदां दा पाया हुंदा, मत्था टेकन लग्या अपनी पिठ पिछे हथ रखना पैंदा, क्योंकि कपड़े इदां दे सानू नहीं सी दसिया कि तुसीं सकल्टां पाओ, तुसीं आ पाओ। पहरावा वेखो, पहरावे की आज़ादी है ना, आज़ादी है, असीं कुछ भी कर सकते हैं, कुछ भी पहन सकते हैं, कुछ भी पा सकते हैं। क्यों? एक बन्ने असीं कहने साडे वाल कोई वेखे ना, ये भी सच जे हुण मैं जो कहण लगा। एक बन्ने असीं कहने भी साडे वाल कोई वेखे ते असीं उहदियां अखां बाहर कढ दी, ते एक बन्ने शीशे अगे खलो के असीं सारा सिस्टम ही अपना तैयार इसे लिए कीता है भी साडे वाल लोग वेखण भी इन्हें कपड़ा किहड़ा पाया। अंदर कुछ होर गए तो बाहर कुछ होर है। अंदर यह भी कपड़े इदां दे पाइए लोग सानू पुछण ते साडे वाल वेखण। हुण ये शब्द भी रबी बाणी का जे सुन लियो, मेरा नहीं है। की कहंदे सब कहंदे वाओ संदे कपड़े पैरां गर्भ गवार। वाओ का मतलब समझे, वाओ का मतलब हुंदा वा वाओ संदे कपड़े। कहंदे इन्ने बरीक कपड़े हंकार करन वाला बंदा, अमीर बंदा, गवार बंदा जिहड़ा मूर्ख बन गया माया दे विच, इन्ना कुछ ज़्यादा मूर्ख हो गया। कहते वाओ संदे कपड़े पैरा गर्भ गवार, हंकार करने वाला इन्ने बरीक कपड़े पाउंदा कि हवा आवे ते कपड़े उड़ जाण।
ਹਵਾ ਨਾਲ ਕੱਪੜੇ ਉੱਡਦੇ। ਆ ਜੀਨ ਟੌਪ ਇਹ ਕੋਈ ਸਾਡਾ ਕਲਚਰ ਨਹੀਂ ਸੀ, ਇਹ ਉਹ ਲੋਕ ਪਾਉਂਦੇ ਸਨ ਜਿਹੜੇ ਕਈ ਦਿਨ ਕੰਮ ਕਰਦੇ ਆ ਤੇ ਧੋਣੇ ਨਾ ਪੈਣ ਕੱਪੜੇ ਤਾਂ ਜੀਨ ਪਾਉਂਦੇ ਸਨ। ਜਿੱਥੇ ਮੌਸਮ ਇੱਦਾਂ ਦਾ ਜਿਵੇਂ ਬਰਫ਼ ਪੈਂਦੀ ਹੈ ਬਾਹਰਲੇ ਦੇਸ਼ਾਂ 'ਚ, ਉਹਨਾਂ ਲੋਕਾਂ ਦਾ ਸੀਗਾ, ਪਰ ਅਸੀਂ ਵੀ ਅਪਣਾਇਆ। ਬੰਦਿਆਂ ਦੀ ਗੱਲ ਛੱਡੋ, ਕਿਉਂਕਿ ਬੰਦੇ ਪੈਂਟ ਕਮੀਜ਼ ਪਾ ਸਕਦੇ ਆ, ਪਰ ਔਰਤਾਂ ਦਾ ਵੀ ਲਿਬਾਸ ਹੀ ਹੋ ਗਿਆ। ਅੰਗ ਪ੍ਰਦਰਸ਼ਨ ਤੇ ਅੰਗ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਅਸੀਂ ਕਹਿੰਦੇ ਹਾਂ ਵੀ ਇਹ ਗਲਤ ਹੈ। ਇੱਕ ਬੰਨੇ ਅਸੀਂ ਕਰਦੇ ਵੀ ਪਏ, ਬੜਾਵਾ ਵੀ ਅਸੀਂ ਦੇ ਰਹੇ ਹਾਂ ਤੇ ਰੋਕਣ ਵਾਲੇ ਵੀ ਅਸੀਂ। ਪਰ ਰੋਕੋ, ਜੇ ਰੋਕੋਗੇ ਤੇ ਇੱਜ਼ਤਾਂ ਨਿਲਾਮ ਨਹੀਂ ਹੋਣਗੀਆਂ। ਅੱਜ ਜਿੰਨੇ ਬਲਾਤਕਾਰ ਕੇਸ ਨੇ, ਮੈਂ ਕਹਿੰਦਾ ਅੱਜ ਤੋਂ 50 ਸਾਲ ਪਹਿਲਾਂ ਹੁੰਦੇ ਸਨ। ਬਲਾਤਕਾਰ ਦੇ ਕੇਸ ਜਿੰਨੇ ਅੱਜ ਨੇ, ਪੜ੍ਹ ਕੇ ਵੇਖ ਲਿਓ ਅਖਬਾਰਾਂ ਤੇ ਟੈਲੀਵਿਜ਼ਨ ਤੇ, ਜਾਂ ਫਿਰ ਅੱਜ ਦੀ YouTube ਹੈ, ਗੂਗਲ ਤੇ ਸਰਚ ਮਾਰ ਕੇ ਵੇਖਿਓ ਤੇ 100 ਸਾਲ 50 ਸਾਲ ਪਿੱਛੇ ਚੱਲ ਕੇ ਸਰਚ ਮਾਰ ਲਿਓ ਵੀ ਉਦੋਂ ਕਿੰਨੇ ਤੇ ਅੱਜ ਕਿੰਨੇ, ਤੇ ਸਭ ਤੋਂ ਵਧੇਕ ਅੱਜ ਮਿਲਣਗੇ। ਕਿਉਂ? ਕਿਉਂਕਿ ਅਸੀਂ ਆਪਣੀ ਇੱਜ਼ਤ ਨੂੰ ਢੱਕਣਾ ਬੰਦ ਕਰ ਦਿੱਤਾ। ਔਰ ਅਸੀਂ ਬਿਲਕੁਲ ਵੀ ਡੱਕਦੇ ਨਹੀਂ। ਸਾਡੀ ਕੁੜੀ ਤੇ ਕਾਲਜ ਜਾਂਦੀ ਹੈ, ਕੁੜੀ ਵੀ ਅੱਗੋਂ ਕਹਿੰਦੀ ਹੈ ਵੀ ਮਾਤਾ ਪਿਤਾ ਨੂੰ ਤੁਹਾਡੀ ਸੋਚ ਉੱਚੀ ਹੋਣੀ ਚਾਹੀਦੀ ਹੈ। ਜੇ ਸੋਚ ਉੱਚੀ ਹੋਣੀ ਚਾਹੀਦੀ ਫਿਰ ਕੱਪੜੇ ਵੀ ਤੇਰੇ ਉੱਚੇ ਨਹੀਂ ਨਾ ਹੋਣੇ ਚਾਹੀਦੇ, ਕੱਪੜੇ ਵੀ ਤੇਰੇ ਫਿਰ ਵਧੀਆ ਢੰਗ ਵਾਲੇ ਹੋਣੇ ਚਾਹੀਦੇ ਆ, ਉੱਚੀ ਸੋਚ ਵਾਲੇ ਹੋਣੇ ਚਾਹੀਦੇ ਆ। ਕਬਰ ਕੀਤਾ ਹੋਵੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਬੱਚੀ ਹੋਵੇ, ਕਿਹਦੀ ਮਜਾਲ ਹੈ ਕਿ ਉਹਦੇ ਵੱਲ ਅੱਖ ਚੁੱਕ ਕੇ ਵੀ ਕੋਈ ਵੇਖ ਦੇ। ਜਦੋਂ ਅਗਲੀ ਨੇ ਕਿਰਪਾਨ ਨੂੰ ਹੱਥ ਪਾਇਆ ਤੇ ਅਗਲਾ ਕੋਹਾਂ ਦੂਰ ਹੋ ਕੇ ਖਲੋ ਜਾਂਦਾ। ਵੇਖੋ ਨਾ ਤੁਸੀਂ, ਜਦੋਂ ਹੁਣ ਤੇ ਆ ਮੂਵੀਜ਼ ਆ ਗਈਆਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦੇਣ ਦੀ ਮਾਤਾ ਭਾਗਤੁਰ ਜਾਂਦੀ ਤੇ ਰਾਜ ਮੁਗਲ ਘੇਰ ਲੈਂਦੇ ਆ। ਕਿ ਸੁੰਦਰੀ ਦੀ ਵੀ ਮਾਤਾ ਦੀ ਕਹਾਣੀਆਂ ਵੀ ਜਦੋਂ ਜਾਂਦੀ ਰਾਜ ਮੁਗਲ ਘੇਰ ਲੈਂਦੇ ਆ ਤੇ ਉਹ ਆਪਣੀ ਸ਼੍ਰੀ ਸਾਹਿਬ ਕੱਢ ਕੇ ਉਹਨਾਂ ਨੂੰ ਪਾਰ ਬੁਲਾ ਦਿੰਦੀ ਆ। ਹੱਥ 'ਚ ਹਥਿਆਰ ਹੋਵੇਗਾ, ਇੱਜ਼ਤ ਢੱਕੀ ਹੋਵੇਗੀ ਤੇ ਕਿਸੇ ਦੀ ਮਜਾਲ ਨਹੀਂ ਹੈ। ਪਰ ਜਦੋਂ ਨਿਹੱਥੇ ਹੋਵਾਂਗੇ ਤੇ ਸਰੀਰ ਵੀ ਸਾਡਾ ਕਬਰ ਨਹੀਂ ਹੋਵੇਗਾ ਤੇ ਲੋਕੀ ਬੇੜੀਏ ਬਣ ਕੇ ਘੁੰਮਦੇ ਆ। ਮਾਫ ਕਰਨਾ, ਬੇੜੀਏ, ਉਹ ਤੇ ਬੇੜੀਏ ਬਣ ਕੇ ਘੁੰਮ ਰਿਹਾ। ਪਰ ਅਸੀਂ ਆਪ ਸੋਚਣਾ, ਹੁਣ ਇਹ ਸਾਰੀ ਗੱਲ ਰੱਬੀ ਬਾਣੀ ਤੋਂ ਬਾਹਰ ਨਹੀਂ ਹੈ ਕਿ ਵਾਓ ਸੱਦੇ ਕੱਪੜੇ ਪਹਿਰ ਹੈ ਗਰਭ ਗਵਾਰ, ਵਾਹ ਨਾਲ ਉੱਡ ਜਾਣ ਵਾਲੇ ਇੰਨੇ ਕੁ ਬਰੀਕ ਕੱਪੜੇ ਮੰਦਾ ਪੈ। ਵਾਲ ਕਾਲੇ ਕਰਨ ਨਾਲ, ਬਰਾਊਨ ਕਰਨ ਨਾਲ, ਗੋਲਡਨ ਕਰਨ ਨਾਲ ਅਸੀਂ ਜਵਾਨ ਨਹੀਂ ਲੱਗਣ ਲੱਗ ਜਾਣਾ। ਮੂੰਹ ਤੇ ਰੰਗ ਕਰਨ ਦੇ ਨਾਲ ਅਸੀਂ ਜਵਾਨ ਨਹੀਂ ਹੋ ਜਾਣਾ। ਨੈਚੁਰਲ ਬਿਊਟੀ ਯੁੱਗ ਹੈ, ਉਹੀ ਅਸਲ ਚੀਜ਼ ਹੈ, ਨੈਚੁਰਲ। ਸੋ ਅਸੀਂ ਡਿਵੈਲਪ ਜ਼ਰੂਰ ਹੋ ਗਏ ਹਾਂ, ਪਰ ਡਿਵੈਲਪ ਹੋਣਾ ਮੈਂ ਸਮਝਦਾ ਆਦਮਾਨਵ ਬਣ ਗਏ ਹਾਂ। ਨੰਗੇ ਹੋ ਗਏ, ਨੀਵੇਂ ਹੋ ਗਏ, ਕੱਪੜੇ ਛੋਟੇ ਹੋ ਗਏ ਨੇ। ਸਾਡੀ ਸੋਚ ਅਸੀਂ ਕਹਿੰਦੇ ਵੱਡੀ ਹੋ ਗਈ, ਪਰ ਛੋਟੀ ਸੋਚ ਹੋ ਗਈ, ਸੋਹਣੀ ਸੋਚ ਹੋ ਗਈ। ਸਾਡੀਆਂ ਮਾਵਾਂ, ਬਜ਼ੁਰਗ ਮਾਤਾਵਾਂ, ਉਹ ਵੀ ਤੇ ਜੀਵਨ ਬਤੀਤ ਕਰਦੀਆਂ ਸਨ। ਤੁਸੀਂ ਵੇਖੋ ਨਾ, ਜਦੋਂ ਕਿਸੇ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ, ਉਹਦਾ ਸਿਰ ਨੰਗਾ ਹੁੰਦਾ ਸੀ। ਅੱਜ ਹਰੇਕ ਦਾ ਸਿਰ ਨੰਗਾ ਹੈ। ਚੁੰਨੀ ਜਿਹਦੇ ਸਿਰ ਤੋਂ ਲੈ ਜਾਂਦੀ ਸੀ, ਉਹਦਾ ਸਮਝਿਆ ਜਾਂਦਾ ਸੀ ਵੀ ਇਹਦੇ ਸਿਰ ਦਾ ਸਾਈਂ ਸਿਰ ਤੇ ਨਹੀਂ ਹੈ, ਤੇ ਤਾਂ ਚੁੰਨੀ ਸਿਰ ਤੇ ਨਹੀਂ। ਤੇ ਜਾਂ ਫਿਰ ਉਹ ਚਿੱਟੇ ਕੱਪੜੇ ਪਾਉਂਦੀ ਸੀ। ਤੇ ਤੁਸੀਂ ਵੇਖੋ ਮਰਗਤ ਤੇ ਜਦੋਂ ਜਾਂਦੀਆਂ ਸਨ ਬਜ਼ੁਰਗ ਔਰਤਾਂ, ਤੇ ਉਹਨੇ ਜੇ ਨਾ ਘਰ ਚਿੱਟਾ ਦੁਪੱਟਾ ਹੋਣਾ ਤੇ ਦੂਜੀ ਤੋਂ ਪੁੱਛਣਾ ਵੀ ਭੈਣੇ ਤੇਰੇ ਕੋਲ ਚਿੱਟਾ ਦੁਪੱਟਾ ਹੈਗਾ ਕਿ ਫਲਾਣੇ ਦੇ ਘਰ ਮਰਗਤ ਹੋਈ ਹੈ, ਤੇ ਉਹ ਸਿਰ ਤੇ ਲੈ ਕੇ ਜਾਣਾ, ਇੱਕ ਚਿੰਨ੍ਹ ਹੁੰਦਾ ਸੀ। ਪਰ ਮੈਂ ਕਿਸੇ ਨੂੰ ਇਹ ਸੁਣਿਆ, ਸ਼ਹਿਰ 'ਚ ਵੇਖਿਆ, ਉਹ ਕਲੋਜ ਸੀਗੇ ਸਾਡੇ ਸ਼ਹਿਰ ਦੇ ਵਿੱਚ, ਤੇ ਉਹ ਕਹਿੰਦਾ ਸੁਣਿਆ ਮੈਂ, ਉਹ ਬੀਬੀ ਕਹਿੰਦੀ ਹੈ ਵੀ ਜੇ ਮਰਗਤ ਤੇ ਸੋਹਣੇ ਕੱਪੜੇ ਪਾ, ਮਰਗਤ ਤੇ ਕਹਿੰਦੀ ਕੱਪੜੇ ਸੋਹਣਿਆਂ ਨੂੰ ਲੋਕ ਵੇਖਦੇ,
मैं कहा बेड़ा ही गर्क हो गया फिर तो सारा। मरगत दे उंज ते तुसीं रोण जाना ते तेरे उत्थे कपड़ियां नूं वेखना, पर अपना लिया तो फिर अज कोई रोक नहीं है, जिद्दां दे मर्जी पा के अगला जाता कपड़े, रोक नहीं है। इस करके सच जे वेखो, जे तो सच चंगा लगता, क्योंकि गुरु नानक साहब ने रबी बाणी च बयान किया, तो बोलना मेरा फर्ज बनता जी। जे मैं अपने फर्ज तो इनकारी होवांगा तो फिर मैं गुरु का दुखी होवांगा। सो इस करके समझो, इस फैशन की आड़ च अपने बच्चों को नंगे ना करो। इस फैशन की आड़ दे विच वैसटर्न का जो सिस्टम असी कल्चर को अपनाई जा रहे हैं, पर ये रोक लाओ, रोक लाओ। तुसी लानी है, मैं नहीं लानी रोक, तुसी आपो अपने घर तुसी लानी है। पर जिहड़ी माँ आप चाहती होवे कि भी इदां दे पावां मैं पैंटा कमीजां ते आ कुछ होवे, हुण सच है जिन्हां दे बच्चे बाहर ने, वो बाहरलियां नूं वेख के, गोरियां नूं गोरियां नूं वेख के माफ करना सच है। 50-60 साल की औरतों नूं ये आ भी जिवें दे वो कपड़े पाउंदे उदां दे उन्हां दा कल्चर है जी, उन्हां दा कल्चर असीं अडॉप्ट कीता, पर गोरियां ने साडा कल्चर अडॉप्ट कीता। ये भी गल नाल है ना, असीं उन्हां दा कल्चर अडॉप्ट कर लिया, असीं उन्हां वर्गे कपड़े पा ले कि साडा कल्चर उन्हां अडॉप्ट कीता कि सारे गोरे पंजाबी सूट पाउण लग पे, फुलकारियां लैण लग पे सिर ते। हाँ किते कोई ब्याह फंक्शन हुंदा, किते किते वो साडा कल्चर अडॉप्ट करी फिरदे ते असीं छड्डी जा रहे। जिन्हां नूं विरसे च विरासत च मिलिया वो कहंदे भी लै जाओ तुसीं चुक के, ते जिन्हां नूं विरसे विच मिलिया नहीं उन्हां दा असीं अडॉप्ट कीता। सो हथ जोड़ के बेनती है कि जिवें जिन्ना पैसा असीं बर्बाद कर रहे हैं, ये पैसा बर्बाद, ये तो तुहाडा पैसा, तुसीं बर्बाद करना नहीं करना तुहाडी समझ है। पर एवें ते ना बनो। मैं एक गल कह के समा वधीक हो गया, एक गल कह के समाप्ति करांगा, क्योंकि मैं चाहुंदा नहीं कि कल नूं भी ये चले, क्योंकि फिर मैनूं पता फिर ये आल लग जाता मैसेज भी हाँ 2 दिन हो गए इस चीज़ पर। बच्चियां जिथे मैं ड्यूटी करता सी, सवेरे लोरां ते टी शर्टां पाइयां होणियां, कैपरियां जियां कह लो, यद नंगियां लत्तां ते इदां दा पहरावा उन्होंने पा के आउणा गुरुद्वारे मत्था टेकण सवेरे। चलो मैनूं नहीं सी पता वो रनिंग करदियां सन पुलिस दे एग्जाम की तैयारी वास्ते, चलो मैनूं नहीं सी पता, पर मेरी आदत सी कि मैं किसी को कह देना। फिर मैं अपने आप को हुण रोक लिया भी की फायदा, अपनी बेइज्जती करानी है। वो बैठियां बाहर तो मैं बाहर निकल के मैं कहा भी अज इन्हां नूं कहना ही कहना। 3-4 दिन हो गए सन, 5 दिन हो गए सन। ये क्यों क्या बाबा होर पहनन, तुसीं इदां दा कपड़ा पा के गुरुद्वारे आ जाओ तो लोग तुहाडे वल वेखी जा, है ना। तां क्या बाबा होर पहनन खुशी गवा, असीं गुरुद्वारे भी थोड़ा मुड़दे हैं। वो मैं बाहर निकल के क्या महा भी हथ जोड़ के बेनती है भी आ कपड़े जिहड़े ना ये ना पा के आया करो, दूजे कपड़े ढंग दे कपड़े पा के आया, नहीं चंगा लगता। हुण अगला आपो अपनी हुंदी है, उन्होंने मेरे नाल भी लड़ाई की, मैनूं बुरा भला कहा, साडी मर्जी, तू कौन होना है गल कहण वाला। तुसीं इदां सोचते होवोगे साडे बारे तां तुसीं ये गल कही, माफ़ करना इत्थों तक भी लोग कहते। चलो असीं शिकायत करांगे, अपने मामे के घर रहिंदियां सन, पीजी हुंदियां ना जिवें उदां, हुण अपने मामे नूं जाके दस्सिया ते मैं डरां भी बई कल नूं ते तेरी शामत आ जानी है, छुट्टी हो जानी तेरी। उन्हां घर जाके दस्सिया, घरदियां ने चंगी लाह पा कीती, सियाणे सन। ते जे कोई होर तरह की सोच वाल के हुंदे तो वो आके ग्रंथी का गलमा फड़ दे, तू कौन होना होवे इन्हां नूं कहण वाला, जिवें दे मर्जी पा के आउण।
ਹੁਣ ਚੰਗੀ ਸੋਚ ਵਾਲੇ ਸਨ ਤੇ ਉਹ ਕਹਿੰਦੇ ਬਿਲਕੁਲ ਵਧੀਆ ਗੱਲ ਕਹੀ ਭਾਈ ਸਾਹਿਬ ਨੇ। ਤਾਂ ਆ ਕੱਪੜੇ ਨੇ ਜਿਹੜੇ ਤੁਸੀਂ ਪਾ ਕੇ ਜਾਂਦੇ ਹੋ, ਇਹ ਕੱਪੜੇ ਗੁਰਦੁਆਰੇ ਪਾ ਕੇ ਜਾਣਾ। ਮਾਂ ਪਿਓ ਨੂੰ ਪਿੱਛੇ ਫੋਨ ਕੀਤਾ, ਮਾਂ ਪਿਓ ਨੇ ਵੀ ਲਾਪਾ ਕੀਤੀ। ਅਗਲੇ ਦਿਨ ਆਈਆਂ ਤੇ ਉਹਨਾਂ ਨੇ ਚੰਗੇ ਸੋਹਣੇ ਸੂਟ ਪਾਏ, ਕੋਈ ਪੰਜਾਬੀ, ਸਾਰੀਆਂ ਨੇ 4-5 ਕੁੜੀਆਂ ਸਨ, ਪੰਜਾਬੀ ਸੂਟ ਪਾਏ ਹੋਏ ਤੇ ਆ ਕੇ ਮੱਥਾ ਟੇਕ ਕੇ ਮੈਂ ਤਾਬਿਆਂ ਨਾਲ ਉੱਠਾਂ ਵੀ ਬਈ ਆ ਤੇ ਤੇਰੀ ਸ਼ਾਮ ਦਾ ਹੀ ਦਾ, ਤੇ ਮੈਂ ਉੱਠਾਂ। ਉਹ ਬਾਹਰ ਬੈਠੀਆਂ ਰਹੀਆਂ, ਮੇਰੀ ਵੇਟ ਕਰਦੀਆਂ ਰਹੀਆਂ ਵੀ ਆਉਣਗੇ। ਮੈਂ ਚਲੋ ਸਮਾਪਤੀ ਕਰਕੇ ਫਿਰ ਵਾਹਵਾ ਚਿਰ ਜਦੋਂ ਮੈਂ ਕਿਹਾ ਵੀ ਹੁਣ ਤੇ ਚੱਲ ਗਈ ਨਾ, ਮੈਂ ਜਦੋਂ ਬਾਹਰ ਨਿਕਲਿਆ ਤੇ ਉੱਥੇ ਬੈਠੀਆਂ ਸੀ। ਮੈਂ ਜਾ ਕੇ ਹੱਥ ਜੋੜੇ, ਮੈਂ ਕਿਉਂਕਿ ਸਾਰੀ ਰਾਤ ਨਹੀਂ ਮੈਂ ਸੁੱਤਾ, ਮਾਫ਼ ਕਰਨਾ, ਸਾਰੀ ਰਾਤ ਮੈਂ ਸੋਚਦਾ ਰਿਹਾ ਵੀ ਤੈਨੂੰ ਕੀ ਲੋੜ ਸੀ ਪੰਗਾ ਲੈ। ਤਾਂ ਮੈਂ ਜਾ ਕੇ ਸਵੇਰੇ ਉਹਨਾਂ ਕੋਲ ਹੱਥ ਜੋੜ ਕੇ ਐਵੇਂ ਖਲੋ ਗਿਆ। ਮੈਂ ਕਿਹਾ ਵੀ ਬੇਨਤੀ ਹੈ ਮੇਰੀ, ਅਜੇ ਕਹਿਣ ਦੀ ਦੇਰ ਸੀ, ਉਹਨਾਂ ਹੱਥ ਜੋੜ ਕੇ ਨਾ ਤੇ ਇਹ ਗੱਲ ਕਹੀ ਵੀ ਭਾਈ ਸਾਹਿਬ ਸਾਨੂੰ ਮਾਫ਼ ਕਰ, ਸਾਨੂੰ ਮਾਫ਼ ਕਰ, ਸਾਡੇ ਤੋਂ ਗਲਤੀ ਹੋ ਗਈ, ਅਸੀਂ ਕੱਲ ਤੁਹਾਨੂੰ ਉੱਚਾ ਨੀਵਾਂ ਬੋਲ ਗਈਆਂ, ਅਸੀਂ ਘਰ ਜਾ ਕੇ ਦੱਸਿਆ ਤੇ ਸਾਨੂੰ ਬਹੁਤ ਗਾਲਾਂ ਪਈਆਂ ਇਸ ਪਹਿਰਾਵੇ। ਹੁਣ ਜੇ ਮੈਂ ਨਾ ਬੋਲਦਾ ਤੇ ਉਹਨਾਂ ਦਾ ਪਹਿਰਾਵਾ ਇਹੀ ਰਹਿਣਾ ਸੀ। ਕਿਸੇ ਨਾ ਕਿਸੇ ਨੇ ਗਲਤ ਵੇਖਣਾ, ਗਲਤ ਕਰਨਾ ਸੀ ਉਹਨਾਂ ਨੂੰ। ਪਰ ਜੇ ਮੇਰੇ ਬੋਲਣ ਦੇ ਨਾਲ ਉਹਨਾਂ ਦਾ ਪਹਿਰਾਵਾ ਠੀਕ ਹੋ ਗਿਆ ਤੇ ਮੈਂ ਸਮਝਦਾ ਕਿ ਬੋਲਿਆ ਚੰਗਾ ਹੈ। ਇਸ ਕਰਕੇ ਹੁਣ ਵੀ ਜੇ ਮੈਂ ਬੋਲ ਰਿਹਾ ਨਾ, ਇਹਦਾ ਮਤਲਬ ਇਹ ਹੈ ਕਿ ਇਹ ਬੋਲਣਾ ਚੰਗਾ ਹੈ। ਤੁਹਾਨੂੰ ਚੰਗਾ ਲੱਗੇ ਨਾ ਲੱਗੇ ਇਹ ਗੱਲ ਵੱਖਰੀ ਹੈ, ਕਿਉਂਕਿ ਮੇਰੇ ਬਾਪੂ ਨੇ ਕਿਹਾ ਸੱਚ ਸੁਣਾਏ ਸੀ, ਸੱਚ ਕੀ ਵੇਲਾ, ਤੇ ਇਹ ਅੱਜ ਦਾ ਪੁਖਤਾ ਸੱਚ ਹੈ। ਤੇ ਉਹਨਾਂ ਬੱਚੀਆਂ ਨੇ ਮੇਰੇ ਤੋਂ ਮਾਫੀ ਮੰਗੀ। ਮੈਂ ਕਿਹਾ ਮੈਂ ਤੇ ਤੁਹਾਡੇ ਤੋਂ ਮਾਫੀ ਮੰਗਣ ਲਈ ਆਇਆ ਸਾਂ, ਵੀ ਮੈਂ ਕੱਲ ਉੱਚਾ ਨੀਵਾਂ ਬੋਲ ਗਿਆ, ਪਰ ਨਹੀਂ, ਫਰਕ ਪੈਂਦਾ ਬੋਲਣ ਦਾ। ਸੋ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ।